अस्सलाम वालेकुम। ओपन माइक कैफे में मैं हूं आपकी होस्ट डॉक्टर अरूपा। व्यूअर्स, हम जिस एरा से गुजर रहे हैं यकीनन ये हिस्ट्री में कोरोना एज के नाम से जाना जाएगा। इसने पूरी दुनिया की एक्टिविटीज़ को एक तरह से हॉल्ट कर दिया है। वो खौफ व हिरास, डिप्रेशन, स्ट्रेस पूरी दुनिया में फैला है, लेकिन पाकिस्तान में हम वो अवाम हैं जिसको कोई असर ही नहीं हो रहा। इस बारे में कोरोना खुद क्या सोचता होगा, ये व्यू जानने के लिए हमने अपने प्रोग्राम में डमी म्यूजियम से बुलाया है कोरोना वायरस को और उनके साथ चंद हमारे टिपिकल देहाती भाई जो कि क्या सोचते हैं कि वायरस क्या इसकी भी कोई औकात है। जी अस्सलाम वालेकुम। और चुप कर एडा तू करोना बड़ी ढीठ हवा में पाकिस्तान दी बई यार कोरोना को चपेड़े पड़ी है। ਇੱਥੇ ਠੁੱਡੇ ਪੈ ਰਹੇ ਨੇ ਤੂੰ ਚਪੇੜਾ ਦੀ ਗੱਲ ਕਰਨ ਢਈ ਇੱਥੇ ਕਰੋਨਾ ਨੂੰ ਅਸੀਂ ਪਾ ਲੰਮਿਆ ਲੈਣਾ पा लम्या लेना क्या पा लिया है लम्या तुमने ਇਹਨਾਂ ਨੇ ਖਾਲੀ ਲੰਮਿਆ ਨਹੀਂ ਪਾਇਆ मैं यानी स्टैम्पीड्स जारी हैं, उफ, खिलाफ वर्जियां, वायलेशन प्रोटोकॉल की कदम कदम पे हो रही है। 40 लाख केसेस हैं जो पॉजिटिव है पूरी दुनिया में और पूरी दुनिया में 3 लाख प्लस डेथ्स हो चुकी हैं। लेकिन शुक्र अल्हम्दुलिल्लाह हम अभी 1000 के करीब भी नहीं पहुंचे। ਇਹ ਬੜੀ ਉਮੀਦ ਲੈ ਕੇ ਆਇਆ ਸੀ ਕਮ ਸੇ ਕਮ 20-25,000 ਮੈਂ ਪਹਿਲੇ ਗੇੜੇ ਚੜਾਉਣਾ ਸੀ। फिर सारी दुनिया मास्क लगाए फिर रही है। ਇੱਥੇ ਮੈਂ ਮਾਸਕ ਲੱਭਣ ਨੇ ਯਕੀਨ ਕਰੋ। क्यों, तुम्हें क्या प्रॉब्लम ਉਹ क्या है? ਮੈਨੂੰ ਇਹਨਾਂ ਨੂੰ ਹਰੇ ਕਿਹੜੀ ਕਿਹੜੀ ਬਿਮਾਰੀ ਲੱਗੀ ਐਡੀ ਨਲਾਇਕ ਕੌਮ ਹੈ। ਸਾਨੂੰ ਕਰੋਨਾ ਕੀ ਆਖਣਾ ਜਨਾਬ ਮੈਂ ਬਚਪਨ ਚ ਨਹੀਂ ਮਿੱਟੀ ਖਾਧੀ ਐ ਇਹ ਹੁਣ ਵੀ ਮਿੱਟੀ ਖਾ ਗਿਆ ਤੁਸੀਂ ਡਰਦੇ ਹੋ 버ਗਰ ਖਾਣ ਵਾਲੇ ਸਾਡੇ ਸਾਹਮਣੇ ਆਵੇ ਕਰੋਨਾ ਮੈਂ ਨਾਸਾਂ ਨਾ ਪਾੜਦੇ ਆ ਔਰ ਇਹ ਨਾਸਾ ਇਹਤਿਆਤਨ ਕਹਿ ਰਿਹਾ। ਮੈਂ ਇਸ਼ਰੇ ਬਾਜ਼ਾਰ ਗਿਆ ਯਕੀਨ ਕਰੋ ਮੇਰੇ ਪੈਰ ਰੱਖਣ ਨੂੰ ਜਗ੍ਹਾ ਨਹੀਂ। यानी रश इतना है कि कोरोना के पैर ਮੈਂ ਉਹਨਾਂ ਨੂੰ ਕਿਹਾ ਤੁਸੀਂ ਕਿੱਡੇ ਕੁ ਜ਼ਰੂਰਤਮੰਦ ਹੋ, ਮੇਰੇ ਕੋਲ ਡਰਦੇ ਹੀ ਨਹੀਂ, ਮੈਂ ਕਰੋਨਾ ਵਾਂ, ਬਿਮਾਰੀ ਆ, ਮੈਂ ਲੈ ਲੱਥਾਂਗਾ ਮੈਂ। ਇਹ ਕਹਿੰਦਾ ਨਹੀਂ। नहीं माने बाकी ਇੱਕ ਪੱਲੂ ਜਿਹਾ ਬਾਬੇ ਨੂੰ ਕਿਹਾ, ਮੈਂ ਕਿਹਾ ਹਾਂ ਮੈਂ ਕਰੋਨਾ, ਉਹ ਕਹਿੰਦਾ ਚੜ ਮੇਰੀ ਜੁੱਤੀ ਤੇ। ਔਰ ਮੈਂ ਉਹਦੇ ਤਰਲੇ ਲੈ, ਮੈਂ ਕਿਹਾ ਖੁਦਾ ਦਾ ਵਾਸਤਾ ਮੈਂ ਬਿਮਾਰ ਹੋ ਜਾਗਾ ਨਾ ਭਾਈ। ਇੱਥੇ ਲੱਸੀਆਂ ਪੀ ਪੀ ਹੋਰੇ ਕਿਹੜੇ ਜਮਜ਼ ਅੰਦਰ ਪੈਦਾ ਹੋਏ ਨੇ। ਮੱਖਣ ਵੀ ਖਾ ਲਿਆ, ਸਾਗ ਵੀ ਖਾ ਲਿਆ, ਲੱਸੀ ਵੀ ਪੀ ਲਈ, ਗਚਬ ਵੀ ਖਾ ਲਈ, ਹਲਵਾ ਵੀ ਖਾ ਲਿਆ, ਗੰਨੇ ਵੀ ਚੂਪ ਲਿਆ, ਰੋਹ ਵੀ ਪੀ ਲਈ। ਉਹ ਮਰੋ ਕਿਹੜੀ ਕੌਮ ਹੋ ਤੁਸੀਂ। ਮੈਂ ਤਾਂ ਜਾਣਦੇ ਕਿਤਾਬ ਲਿਖਣੀ ਤੁਹਾਡੇ ਤੇ। कौन सी? ਉਹ ਕੌਣ ਲੋਕ ਹੋ ਤੁਸੀਂ? ये एक टाइटल है उसका? ਹਾਂਜੀ, ਔਰ ਥੱਲੇ ਝੰਡਾ ਬਣਾਉਣਾ ਤੁਹਾਡਾ। ਇਹ ਜੀ ਇਹ ਮੈਂ ਪ੍ਰਿੰਟ ਵੀ ਇੱਥੋਂ ਹੀ ਕਰਾਣੀ। क्या? ਉਹ ਕੌਣ ਲੋਕ ਹੋ ਤੁਸੀਂ? ਦੋ ਲੋਕ ਇੱਥੇ ਆ ਕੇ ਬਹੁਤ ਪਛਤਾ ਰਹੇ, ਯਕੀਨ ਕਰੋ। कौन कौन? ਇੱਕ ਮੈਂ ਤੇ ਦੂਜਾ ਅਰਤਗੁਲ। क्यों? ਇਹਨਾਂ ਪਾਪੜਾਂ ਦੇ ਨਾਂ ਪਾਤੇ ਹੋਵੇ। ਤੁਸੀਂ ਵੇਖ ਲੈਣਾ ਥੋੜੇ ਦਿਨਾਂ ਤੱਕ ਇੱਥੇ बोतल ਨਿਕਲ ਆਉਣੀ ਕਰੋਨਾ ਕੋਲਾ ਆਪਾ ਕਾ वैसे कोरोना एक बियर है, वन ऑफ द वर्ल्ड मोस्ट फेमस बियर्स। और उसकी कंजम्पशन कम हो गई थी आफ्टर कोरोना। अच्छा, जी जी। ये प्राइड ऑफ मैक्सिको समझी जाती है। ਤੁਸੀਂ ਵੀ ਬੜਾ ਲੋਕਾਂ ਨੂੰ ਕਿਹਾ ਹਰਡ ਇਮਿਊਨਿਟੀ ਹਰਡ इम्यूनिटी हर्ड इम्यूनिटी। तो हर्ड इम्यूनिटी की वजह से जो तुम्हारा ये असर हुआ है। ਤੁਸੀਂ ਨਾ ਕਿਹਾ ਹੁੰਦਾ ਮੇਰਾ ਇਹ ਅਸਰ ਨਹੀਂ ਸੀ ਹੋਣਾ। मैं तुम्हें समझा रहा था ਹੈਲੋ अकल के अंधे। ਆਹਾ ਮੈਨੂੰ ਇਹ ਨਾ ਕਿਤੇ ਡਰੇ, ਇਹ ਨਾ ਕਹਦੇ ਵੇ ਸਾਲੇ ਇਹਦਾ ਐਕਸੈਂਟ ਨਹੀਂ ਹੁੰਦਾ ਕਿਸੇ। ਅਫਤਾਰੀ ਦੇ ਟਾਈਮ ਬੰਦੇ ਤੇ ਬੰਦਾ ਚੜਿਆ ਹੁੰਦਾ, ਰਸ਼ ਹੀ ਰਸ਼। ਤਾਂ ਫਿਰ ਜ਼ਿੰਦਾ ਕੌਮਾਂ ਦੇ ਇੰਜ ਦੀਆਂ ਹੀ ਹੁੰਦੀਆਂ ਨੇ। ਓ उसका ओ कितना मीनिंगफुल है। ਇਹ ਜਿੰਨੀ ਵਾਰੀ ਕਹਿੰਦਾ ਨਾ ਉਹ ਮੇਰੀ ਚੀਕ ਨਿਕਲ ਜਾਂਦੀ ਕਿ ਹੋਰੇ ਕੀ ਹੋਣ ਲੱਗਾ। ਉਹ ਸਾਨੂੰ ਕੀ ਕਹਿਣਾ ਕਰੋਨਾ ਨੇ, ਅਸੀਂ ਤਾਂ ਸੁੱਤਾ ਕੁੱਤਾ ਚੁੱਕ ਕੇ ਇੰਜ ਘੁਮਾ ਕੇ ਕੰਧ ਚ ਮਾਰ ਦਈਦਾ। वो उसकी बात को इंडोर्स करता है। ਮੈਂ ਭੁੱਲ ਜਾਵਾਂ ਤੇ ਇਹਦਾ ਨਿਕਲ ਜਾਂਦਾ। ਅਸੀਂ ਪਿੰਡ 'ਚ ਦੋਵੇਂ ਮੇਰ ਵਾਲੀ ਸ਼ੇਰ ਲਈ ਮਸ਼ਹੂਰ ਆ। आपको वैसे कतई डर नहीं लगता इससे? ਉਹ ਤੈਨੂੰ ਕਹਿਣ ਦੇ ਹੀ ਓਏ मैं आप दोनों से मुखातिब हूँ। ਉਹ ਸਾਨੂੰ ਕਰੋਨੇ ਨੇ ਕੀ ਕਹਿਣਾ, ਅਸੀਂ ਤਾਂ ਕਦੇ ਸੱਪ ਕੋਲੋਂ ਨਹੀਂ ਡਰੇ। ਆ ਮੇਰੇ ਲਾਲੇ ਨੂੰ ਇੱਕ ਵਾਰੀ ਸੱਪ ਪੈ ਗਿਆ ਸੀ, सब जैसे कुत्ता पड़। ਸੱਪ ਇਹਨੂੰ ਕੁੱਤੇ ਵਾਂਗੂ ਹੀ ਪਿਆ। ਮੈਂ ਫੜਿਆ ਇੰਜ ਕਰਕੇ ਉਹਨੂੰ ਧੌਣ ਤੋਂ ਓਏ ਮਾਰੀ ਦਾਤਰੀ ਧੌਣ ਉਹ ਲਾਤੀ ਇੰਜ ਕਰਤਾ ਫਿਰ ਇੰਜ ਉਬਲਿਆ ਜਿਵੇਂ ਸੋਡੇ ਦੀ ਬੋਤਲ ਉਬਲਦੀ ਹੈ। उसमें से ब्लड निकलता है ना बहुत तेज। ਉਹਦੀ ਸਿਰੀ ਉਧਰ ਪਈ ਮੈਨੂੰ ਕਹੀ ਜਾਵੇ ਛੱਡ ਦੇ ਮੈਨੂੰ ਛੱਡ ਯਾਰ ਦੇ। ਕੋਈ ਹੋਰ ਗੱਲਾਂ ਕਰੋ, ਮੇਰਾ ਦਿਲ ਘਬਰਾਉਣਾ। ਮੈਂ ਲਾਈਨ 'ਚ ਲੱਗਾ ਯਕੀਨ ਕਰੋ ਬਿੱਲ ਵਾਲੀ 'ਚ, ਮੈਂ ਕਿਹਾ ਇੱਥੇ ਚਿਮੜਾਗਾ। ਮੈਂ ਇੱਕ ਦੋ ਦੇ ਮੂੰਹ ਦੇ ਅੱਗੇ ਹੋ ਕੇ ਕਿਹਾ, ਮੈਂ ਕਿਹਾ ਹਾਂ ਮੈਂ ਕਰੋਨਾ। ਉਹ ਕਹਿੰਦਾ ਬਕਵਾਸ ਬੰਦ ਕਰ, ਬਿੱਲ ਬਹੁਤ ਆ ਗਿਆ, ਪਰੇ ਹੋ ਜਾ। लेकिन एलीट इलाकों के लोग तो आपसे डर रहे हैं ना। वैसे वाकई बात तो सही है। ਘੱਟਾ ਡਰ ਰਿਹਾ, ਸਭ ਨੇ ਸਾਈਕਲਾਂ ਲੈ ਕੇ ਬਾਹਰ ਨਿਕਲੇ ਨੇ। महंगी है साइकिल। 3-3 लाख रुपए की साइकिल, ਆ ਲੈ बाइसिकल। ट्रेंड बना हुआ है आजकल, सारे डीएचए में घूम रहे होते हैं। मास्क पहना होता है, सैनिटाइजर हमारे पास होता है, हम निकले होते हैं, इसमें क्या है? वैसे साइकिलें देख के थोड़ा सा दिल खुश ज़रूर होता है वो उमरा जो बड़ी बड़ी महंगी साइकिलें लेके निकले हुए, लेकिन ये हमें सोचना चाहिए कि हम क्यों हर चीज़ के लिए गाड़ी में निकलते हैं। फिजिकल एक्टिविटीज खत्म हो गई हमारी। मैंने तो डिसाइड कर लिया कि मैंने साइकिल लेनी है,
अच्छा आई कैन ऑफर यू वन, मेरे पास 2 हैं। I'd love to have one. ਦੋ ਕਾਲੀ ਅਖਬਾਰ ਵੀ ਸੁੱਟ ਦਿਓ ਨਾਲ। नहीं इसलिए किसी बहाने कल मैं भी साइकिलिंग करूंगा और एक FSJ को मैं आर्यतन दूंगा आपको। हाँ हाँ ਉਹਨਾਂ ਨੂੰ ਪਹਿਲੇ ਦੱਸ ਦਿਓ, ਬਾਅਦ ਚ ਉਹਨਾਂ ਨੇ ਕਹਿਣਾ ਮੈਨੂੰ ਆਰੀਅਤਨ ਦਾ ਪਤਾ ਨਹੀਂ ਹੈਗਾ। ਆਰੀਅਤਨ ਵੈਸੇ ਹੁੰਦਾ ਕੀ? लैंड करूंगा, Land. ਨਹੀਂ ਆਰੀਅਤਨ ਠੀਕ ਹੈ। मुस्तार दूंगा। सर आर्यतन ही ठीक है वैसे। तौबा। ਇੱਥੇ ਮੇਰੇ ਕੋਲ ਘਟਾ ਡਰਨਾ ਕਿਸੇ ਨੇ, ਫਰੰਗੇ ਆਸਵੀਆਂ ਨਹੀਂ ਮਾਣ ਹੈਗੀ। ਓਏ ਅਸੀਂ ਜੰਮਣ ਵਾਲਿਆਂ ਕੋ ਨਹੀਂ ਡਰਦੇ, ਇਹੋ ਜਿਹੇ ਬੱਚੇ ਜੰਮ ਕੇ ਵੀ ਮੁਤਮਈਨ ਹੋ। ਕੌਣ ਲੋਕ ਹੋ ਤੁਸੀਂ ਯਾਰ? ਓਏ ਅਸੀਂ ਕਾਦਲਾਂ ਦੇ ਧੀ ਪੋਤਾ। 10 ਲਾਲਾ ਤੂੰ ਦੱਸ ਤੂੰ ਦੱਦਾ। 4 ਭਰਾ ਸਾ, ਅਸੀਂ 2 ਵੱਡੇ ਗਏ ਨੇ ਤੇ ਅਸੀਂ ਅਗਲਿਆਂ ਦੇ 4 ਵੱਡੇ ਹੀ। ਜਿਹੜੇ ਪਹਿਲਾਂ ਹੀ ਵੱਡੇ ਗਏ ਉਹਨਾਂ ਨੇ ਮੇਰੇ ਕੋਲ ਡਰਨਾ। अच्छा फजूल अल्फाज को ਅੱਛਾ ਮੇਰੇ ਨਾਲ ਬਦਤਮੀਜ਼ੀ ਨਹੀਂ ਕਰਨੀ, ਮੈਂ ਤੁਹਾਨੂੰ ਚਿੰਬੜ ਜਾਣਾ। हमें ਇੱਕ ਮੈਂ ਤੁਹਾਨੂੰ ਗੱਲ ਦੱਸ ਦੇਵਾਂ। ਹਾਂਜੀ। ਇਸ ਦਫਾ ਤੇ ਗਿਆ ਤੁਸੀਂ ਬਚ, ਅਗਲੇ ਫੇਸ 'ਚ ਮੈਂ ਤੁਹਾਨੂੰ ਹਿੱਲਣ ਨਹੀਂ ਦੇਣਾ। ਉਹ ਤੂੰ ਆਪਣੇ ਪਿਓ ਨੂੰ ਵੀ ਲਾਇਆ ਭਾਵੇਂ, ਸਾਡਾ ਕੀ ਕਰ ਲੈਣਾ ਤੁਸੀਂ? ਅੱਧਾ ਦੀ ਕਸਮ ਲੱਕੜੀ ਵਾਲੇ ਹੱਥ ਨੇ ਇਹਦੇ, ਜ਼ਰਾ ਮਾਸ ਨਹੀਂ ਹੈਗਾ, ਨਿਰੀਆਂ ਹੱਡੀਆਂ। ਇਹਨੂੰ ਦੱਸੋ ਹੁਣ ਮੈਂ ਚੰਬੜ ਕੇ ਮਰਨਾ? ਇਹਦੇ 'ਚ ਖੂਨ ਦਾ ਭੋਰਾ ਨਹੀਂ ਹੈਗਾ ਯਕੀਨ। ਦਫਾ ਔਰ ਨਾੜਾ ਇੰਜ ਜੋ ਗਰੀਬ ਘਰ ਦੀ ਵੈਰਿੰਗ ਹੋਈ ਹੁੰਦੀ। ਬਿਸਤੀ ਹੁੰਦਾ ਹੀ ਉਹ। ਉਹ ਅੱਧਾ ਦੀ ਗੱਲ ਕਸਮ ਤਾਂ ਠੀਕ। ਕੌਣ ਲੋਕ ਹੋ ਵੈਸੇ ਤੁਸੀਂ? FJ ਤੁਸੀਂ ਦੱਸੋ ਤੁਸੀਂ ਕੌਣ ਲੋਕ ਹੋ? मेरा नहीं कोई सवाल है। ਕੀ ठंड पै गई है। फोन आराम है। ਉਹ ਤੂੰ ਇੱਥੇ ਲੈਣ ਕੇ ਆਇਆ ਕਰੋਨੇ ਆ, ਇੱਥੇ ਬੇਬੇ ਵਿਆਹੀ ਹੂੰ। ਅੱਗੋਂ ਬਦਤਮੀਜ਼ੀ, ਬਿਮਾਰੀ ਦੀ ਕਦਰ ਨਹੀਂ ਕਰਨੀ ਵੀ ਆਈ ਚਲੋ ਜੀ। वैसे वाकई मेरी चश्मे तस्वुर देखती है कि कोरोना सोचता यही होगा। वाकई उसने जब स्टैम्पीड देखी होगी ना ये पिछले दिनों वाली, पहले तो बड़ा खुश हुआ होगा, बाद में फिर कहता होगा कौन लोग हो तुसी। ਵੈਸੇ ਵੀ ਬੜੀ ਕੂੜ ਕੌਮ ਹੈ। ਓਏ ਅਸੀਂ ਕੌਮ ਹੀ ਬੜੀ ਦਲੇਰ ਆ। ਕਿਉਂ ਜੀ ਦਲੇਰ ਨੇ? दलेर तो मैं नहीं कहूंगा, लेकिन इस जैसे लोग जो हैं हमाकत पार एक्सीलेंस है। ਉਹ ਦਲੇਰ ਕੌਮ ਹੋ ਗਏ ਆ, ਲਾਲਾ ਦੱਸਦਾ ਕਿਉਂ ਨਹੀਂ? ਅਸੀਂ ਦੁਸ਼ਮਣਦਾਰ ਬੰਦੇ ਆ। ਸਾਡੇ ਦਾਦੇ ਦੀ ਲੱਤ ਵੱਢੀ ਗਈ ਸੀ। अच्छा ਅਸੀਂ 3 ਮਹੀਨੇ ਉਹਨੂੰ ਲੈ ਕੇ ਮੰਗਦੇ ਰਹੇ। अच्छा पाकिस्तानी खज्जल हो रहे हो या कहीं इर्द गिर्द भी गए हो? ਮੈਂ ਕਾਬਲ ਗਿਆ, अच्छा ਉੱਥੇ ਇੱਕ ਬੱਸ ਤੇ ਚੜਿਆ, ਅੱਛਾ। ਅਫਗਾਨੀਆਂ ਨੇ ਮੈਨੂੰ ਫੜ ਲਿਆ। ਮੈਂ ਚੀਕਾਂ ਮਾਰੀ ਜਾਵਾਂ, ਉਹ ਕਾਜੂ ਖਾਈ ਜਾਣ। ਉੱਤੋਂ ਮੈਨੂੰ ਕਹਿੰਦਾ ਵੀ ਥੋੜੀ ਦੇਰ ਠਹਿਰੋ, ਤੁਹਾਡਾ ਬਾਤ ਵੀ ਸੁਣਤਾ ਹੈ ਹਾਪੋ ਕਾਜੂ। ਮੈਂ ਉਹਨੂੰ ਕਿਹਾ ਓ ਮੈਂ ਬੜਾ ਖੌਫਨਾਕ ਹਾਂ। ਬਸ ਫਿਰ ਉਹਨੇ ਐਸੀ ਹਰਕਤ ਕੀਤੀ ਮੈਂ ਬੇਹੋਸ਼ ਹੋ ਗਿਆ। हो गया। ਬਸ ਉਹਨੇ ਅੱਜ ਚੀਜ਼ ਕੱਢ ਕੇ ਉਹਨੇ ਇੱਥੇ ਰੱਖੀ ਹੈ, ਹੰਗ ਦਾ ਬਾਹਰ ਆ ਗਿਆ। 3 ਦਿਨ ਮੈਨੂੰ ਉੱਥੋਂ ਲਗਾ ਰਹੇ। ਇੰਨੀਆਂ ਨਿਸ਼ਾਨੀਆਂ ਮੈਂ ਆਪ ਚੁਗਤਾਈ ਲੈ ਗਿਆ। ਮੈਂ ਕਿਹਾ ਮੇਰਾ ਟੈਸਟ ਕਰੋ। अच्छा तुमसे कोई ना कोई तो डरा होगा ना यहाँ पे। ਸਿਰਫ ਢਾੜੀ ਡਰੇ ਨੇ। नहीं तुम्हें कैसे पता चला कि टाड़ी है? ਮੈਂ ਜਦੋਂ ਉਹਨਾਂ ਦੇ ਸਾਹਮਣੇ ਗਿਆ ਨਾ, ਉਹਨਾਂ ਇੱਕ ਵੇਖ ਗਿਆ ਯਾ ਮੌਲਾ ਕਿੱਧਰ। ਉਸੇ ਨੂੰ ਮੈਂ ਚਿੰਬੜ ਗਿਆ। ਉਹ ਇੰਨਾ ਨੱਚਿਆ ਮੈਨੂੰ ਖੱਲੀਆਂ ਪੈ ਗਈਆਂ। ਮੈਂ ਕਿਹਾ ਓਏ ਕੌਣ ਲੋਕ ਹੋ ਤੁਸੀਂ? ਅੱਛਾ ਮੇਰੀ ਗੱਲ ਸੁਣੋ ਅਫਤਾਬ ਸਾਹਿਬ। हाँ जी हुक्म। ਭਾਈਆਂ ਮੇਰੇ ਨਾਲ ਜੋ ਤੁਸੀਂ ਕਰਨੀ ਸੀ ਨਾ ਉਹ ਕਰ ਲਈ। अच्छा फिर ਹੁਣ ਮੈਨੂੰ ਕਿਰਾਇਆ ਦਿਓ, ਮੈਂ ਤਾਂ ਜਾਵਾਂ ਚਾਈਨਾ ਵਾਪਸ। ਐ ਸਕਰਦੂਵਾਲ ਦੀ ਕਿਹੜਾ ਗੇਟ ਆ ਦੱਸਣਾ ਜ਼ਰਾ, ਉੱਥੋਂ ਨਿਕਾ ਦਿਓ ਮੈਨੂੰ। कंजराब ਆ ਉੱਥੋਂ किस रास्ते से जाना चाहते हो? बाबू सर टॉप से भेजें या वाया बिशाम भेजें? ਇਹ ਜ਼ਿਆਦਾ ਖੌਫਨਾਕ ਕਿਹੜਾ ਰਸਤਾ ਜੀ? बिशाम वाला। ਉਧਰ ਹੀ ਇਹਨੂੰ ਭੇਜੋ। ਇੰਡੀਆ ਗਿਆ ਮੈਂ, ਉਹ ਮੈਂ ਤਬਾਹੀ ਲਾਈ ਹੈ। ਵੇਖੋ ਜ਼ਰਾ ਨਾਲ ਹੋਇਆ ਵੀ। वहां भी कुछ भी नहीं है होया कि वहां भी हर्ड इम्यूनिटी इसी तरह की है। ਉੱਥੇ ਵੀ ਤੁਹਾਡੇ ਵਰਗੇ ਕੂੜ ਹੀ ਨੇ ਸਾਰੇ। ਕੋਈ ਨਹੀਂ ਡਰਦਾ ਡਰਦਾ। तुमने क्या देखा वहां पे? ਉੱਥੇ ਉਹਨਾਂ ਸ਼ਰਾਬਖਾਨਾ ਖੋਲਿਆ, ਹਾਂਜੀ। ਐਵੇਂ ਘੰਟਾ ਕੀ ਚੱਲਿਆ, ਸਾਰੇ ਕਰਜ਼ੇ ਮਾਫ ਹੋ ਗਏ। वो कैसे? ਇਹਨਾਂ ਟੈਕਸੀ ਨਾਲ ਲਾਇਆ, ਫੇਰ ਵੀ ਸਾਰੇ ਖਰੀਦ ਲਈ। ਉੱਥੇ ਮੈਂ ਇੱਕ ਟੁੰਨ ਬੰਦੇ ਨੂੰ ਚਿਮੜਿਆ। किसको? ਟੁੰਨ ਬੰਦੇ ਨਹੀਂ ਹੁੰਦੇ ਐ। अच्छा ਉਹਨੂੰ ਚਿਮੜਿਆ, ਉਹਨੇ ਉਹ ਮੈਨੂੰ ਗੰਦੀਆਂ ਗਾਲਾਂ ਕੱਢੀਆਂ। ਅਲਕੋਹਲ ਨਾਲ ਮੈਂ ਨਹੀਂ ਮਰਦਾ, ਐਵੇਂ ਗੱਲਾਂ ਹੀ ਆ। ਇਹ ਅਲਕੋਹਲ ਨਾਲ ਮੈਂ ਮਰਦਾ। ਉਹ ਤੈਨੂੰ ਅਸੀਂ ਗੰਨਿਆਂ ਨਾਲ ਮਾਰ ਦੇਣਾ, ਚਵਲਾ ਜੇ ਆ। ਓਏ ਗੰਨਿਆਂ ਗੁੰਨਿਆਂ ਨਾਲ ਨਾ ਮਾਰ ਮਰੇ, ਡੇਲੇ ਬਾਹਰ ਆ ਜਾਣੇ ਮੇਰੇ। अच्छा ये गेटअप जो तुमने बना रखा है ਹਾਂਜੀ ਆਖਰ ਗੈਟਅਪ ਤੇ ਨਹੀਂ, ਕਿਸੇ ਪੇਂਟਰ ਨੂੰ ਚਿਮੜਿਆ ਮੇਰੇ ਘਰ। ये वाकई ਗੈਟਅਪ ਨਹੀਂ, ਮੈਂ 7 ਰੰਗਾ ਕਰੋਨਾ ਹੈਗਾ। गिरगिट की तरह हो तुम। ਹਾਂਜੀ ਹਰ ਜਗ੍ਹਾ ਤੇ ਆਪਣਾ ਰੰਗ ਬਦਲ ਲੈਣਾ। ਉਹ ਪਿਓ ਦਾ ਪੁੱਤਰ ਆ ਤੇ ਲਾਲੇ ਨੂੰ ਚਿਮੜ। ਓਏ ਰਹਿਣ ਦੇ ਇਹਨੂੰ, ਮੈਂ ਕੀ ਚਿਮੜ ਕੇ ਲੈ ਲੈਣਾ ਇਹਦੇ ਵਿੱਚ? ਮੁਰਦੇ ਨੇ ਬਾਸੀ ਲਈ ਹੁੰਦੀ। ਕੋਈ ਨਹੀਂ, ਕਰੋਨਾ ਫਿੱਕਾ ਵੀ ਹੋ ਸਕਦਾ। क्या कहने नजाब, जी तुम्हें नहीं चिमड़ूंगा मैं, थैंक यू वेरी मच। तू सेफ हैगी। थैंक्स। बाबे ਲੈਣੇ ਮੈਂ ਸਿਰੋਂ। ਉਹ ਬਾਬਿਆਂ ਨੂੰ ਕਿਉਂ ਚਿੰਬੜਦਾ ਤੂੰ? ਇਹ ਬਾਬਿਆਂ ਨੇ ਕੀਤਾ ਕੀ ਤੇਰਾ? ਇਹ ਐਵੇਂ ਮੰਜੀ ਤੇ ਬਹਿ ਕੇ ਗਾਲਾਂ ਕੱਢੀ ਜਾਂਦੇ ਆ, ਕਾਕੀ ਮੁੰਡੇ ਨੂੰ ਫੜ ਲਾ, ਕੱਛੀ ਪਾ ਦੇ, ਬਾਹਰ ਨਾ ਜਾਓ, ਇਹ ਮੋਟਰ ਕਿਉਂ ਚੱਲਦੀ ਹੈ? ਦੱਸ ਵੀ ਕੀ ਕੰਮ ਚੱਲੀ ਜਾਣ ਦੇ ਬਾਬਾ, ਜਵਾਨ ਬੰਦੇ ਨੇ ਮੋਟਰ ਚੱਲਣੀ ਹੈ। ਆ ਵੀ ਤੈਨੂੰ ਕਿਹਦੀ ਗੱਲ, ਤੂੰ ਜਾ ਕੇ ਸੌਂ ਉੱਥੇ ਮਰ ਕੇ ਜਾ ਕੇ। 3:30 ਵਜੇ ਉੱਠਿਆ ਹੁੰਦਾ, ਮੋਟਰ ਕਿੰਨੇ ਚਲਾਈ ਵੀ ਕਿਸੇ ਨੇ ਚਲਾਈ ਹੋਣੀ ਐ ਇਸ ਟਾਈਮ। ਅਸਲ 'ਚ ਲੋਕਾਂ ਨੂੰ ਦੱਸ ਰਿਹਾ ਹੁੰਦਾ ਕਿ ਮੈਂ ਜ਼ਿੰਦਾ ਵਾਂ, ਮੈਂ ਹਜੇ ਦੁਪਹਿਰ ਦੀ ਰੋਟੀ ਖਾਣੀ ਹੈ। ਅਮਰੀਕਾ 'ਚ ਉਹ ਬਾਬੇ ਮੈਂ ਮਾਰੇ, ਐਡੇ ਐਡੇ ਸੋਹਣੇ ਬਾਬੇ ਮਾਰ ਛੱਡੇ ਅਮਰੀਕਾ। बाबे ज्यादा तुमने इटली में मारे हैं। ਉੱਥੇ ਤੇ ਮੈਂ ਮੇਮਾਂ ਮਾਰੀਆਂ,
ਸੋਹਣੀਆਂ ਸੋਹਣੀਆਂ ਮਾਈਆਂ ਪੈਂਟਾਂ ਵਾਲੀਆਂ, ਚਿੱਟੇ ਵਾਲ, ਅੱਛੀਆਂ ਲਾਠੀਆਂ ਫੜੀਆਂ ਉਹਨਾਂ ਨੇ, ਹੈ ਖੰਘਦੀਆਂ ਵੀ ਨਫੀਸ ਸਨ। ਮੈਂ ਨਹੀਂ ਤਰਸ ਖਾਦਾ, ਉਡਾਤੀਆਂ ਸਾਰੀਆਂ। ਮੈਂ ਕਿਹਾ ਚਲੋ ਇੱਥੇ ਆ ਕੇ ਫਿਰ ਪਤਾ ਲੱਗਿਆ ਇਹ ਤਾਂ ਔਰੇ ਕਾਹਦੇ ਬਣੇ ਨੇ ਅੱਲਾ ਦੀ ਕਸਮ। ਇੱਥੇ ਇੱਕ ਮਾਈ ਨੂੰ ਮੈਂ ਚਿਮੜੇ ਲਗਾਓ ਕੋ ਚਰਸ ਪੀਣ ਲਈ ਸੀ ਆ, ਕਹਿੰਦੀ ਵੇ ਤੂੰ ਹੈ ਕਰੋਨਾ। ਮੈਂ ਕਿਹਾ ਖਾ ਲੈ, ਮੈਂ ਤਾਂ ਚਾਹ ਦੇ ਭਾਂਡੇ ਲੈਣੇ। ਉਹ ਕੌਣ ਲੋਕ ਤੁਸੀਂ ਯਾਰ ਅੱਲਾ ਦੀ ਕਸਮ। ਉੱਤੋਂ ਅਮਰੀਕਾ ਦੇ ਬਾਬੇ ਤੁਹਾਨੂੰ ਪਤਾ ਮਹਿੰਗੀਆਂ ਗੱਡੀਆਂ ਹੁੰਦੀਆਂ ਉਹਨਾਂ ਕੋਲ, ਗੇਅਰ ਉਹਨਾਂ ਕੋਲ ਲੱਗਦਾ ਨਹੀਂ, ਗੱਡੀ ਵੱਡੀ ਰੱਖੀ ਹੁੰਦੀ। वहां पर गियर होते ही नहीं है। ਉਹ ਕਈ ਸ਼ੌਕੀਨ ਹੁੰਦੇ, ਸਟਿਕ ਸ਼ਿਫਟ ਰੱਖੀ ਹੁੰਦੀ ਉਹਨਾਂ ਨੇ। ਤੁਹਾਡਾ ਇੱਥੇ ਸਭ ਤੋਂ ਮਸ਼ਹੂਰ ਬਾਬਾ ਕੈਮਲ ਅਲੀ ਸ਼ਾਹ, अच्छा खुरकी क्यों जाना ਇਹ ਤੁਹਾਡੀ ਕੌਮ ਨੂੰ ਚਿੰਬੜ ਰਿਹਾ, ਮੈਨੂੰ ਆਪ ਖਾਜ ਪੈ ਗਈ। वाकई उसे खारिज पड़- ਬੜੇ ਖੌਫਨਾਕ। ਉਹ ਕੌਣ ਲੋਕ ਤੁਸੀਂ ਯਾਰ, ਖੁਦਾ ਦਾ ਵਾਸਤਾ। ਮੈਂ ਤੁਹਾਡੇ ਸਭ ਤੋਂ ਸੀਨੀਅਰ ਬਾਬਾ ਕੈਮਲ ਅਲੀ ਸ਼ਾਹ, ਅੱਛਾ। ਉਹਨੂੰ ਮੈਂ ਚਿੰਬੜਨ ਗਿਆ। फिर ਉਹ ਬਾਅਦ ਚੋਂ ਪਤਾ ਲੱਗਾ ਉਹਦਾ ਤੇ ਸਪੈਨਿਸ਼ ਫਲੂ ਨੇ ਕੱਖ ਨਹੀਂ ਕੀਤਾ। जो 100 साल पहले आया था। ਹਾਂਜੀ ਕੈਮਲ ਅਲੀ ਸ਼ਾਹ ਉਦੋਂ ਵੀ ਏਡਾ ਹੀ ਸੀ। ਉਹ ਕੌਣ ਲੋਕ ਤੁਸੀਂ ਯਾਰ। बस कर दें कोरोना साहब, आपके साथ जो होनी थी यहाँ हो चुकी, अब नहीं कुछ होना, हमें आपस में बात करने दीजिए। ਕੋਰੋਨਾ ਸਾਹਿਬ सर फैसल, आज हम क्या बात कर रहे हैं? आज हम बात करेंगे ख़ानदान गुलामा ममलूक, जिन्होंने ना सिर्फ मिस्र पे अपनी सल्तनत चलाई, उन्होंने इंडिया में भी अपनी सल्तनत बनाई थी, ठीक है ना। और ये वही तुर्किश स्लेव्स थे जी। जिन्होंने, जो वॉरियर स्लेव्स थे, जो बचपन में उनको गुलाम बना के बेचा गया था और फिर उनको ट्रेन किया गया था। इनकी शुरुआत होती है 1206 में। गौरी के साथ ये आए थे। गौरी को लोग कहा करते थे कि तुमने किसको तख्त पे बिठाना है, उसकी अपनी औलाद नहीं थी। वो कहता था मेरे पास इतने गुलाम हैं कि कोई भी उनमें से मेरे तख्त पे बैठ सकता है। और ये कोई आम गुलाम नहीं होते थे, जैसे होता है स्लेव, जी। कमी कमीन जिन्होंने काम करना होता है, ये औलाद की तरह उन्हें पालते थे। और हर वो नेमत जिससे बादशाह सुल्तान इस्तेफादा करता था, उस पर गुलामों का भी हक होता था। खास तौर पे तालीम, ट्रेनिंग, ये हरबी फनून जो होते हैं। लेकिन सर थ्रू आउट द हिस्ट्री तो कहते हैं कि बड़ा बुरा सलूक होता है गुलामों के नहीं साथ। नहीं नहीं, ये स्पार्टकस वाले गुलाम नहीं थे, तभी तो खानदान गुलामा मशहूर है कि ये ऐसे ही थे जैसे बादशाह की औलाद होते हैं। चुनांचे उसने अपनी जिंदगी में ही ना 4 गवर्नर्स, जी। ऐबक को उसने दिल्ली दिया, कबाचा को दिया मुल्तान, यल्दज को उसने गजनी दिया और बख्तियार खिलजी को उसने बंगाल दिया। लेकिन अनफॉर्चुनेटली FSJ, मैं इस पे बड़ा हैरान हूं कि ये आपस में जूतम पेजार हो गए। बिल्कुल होना था। देखिए सारी चीज़ें जो थी, जो उनकी परवरिश थी और जो उनमें एक जज्बा था, सर्वाइवल ऑफ द फिटेस्ट, सर्वाइवल ऑफ द फिटेस्ट भी था, और मेरिट, अपने दस्ते बाजू पे आपने आगे बढ़ना है। तो ये चारों गवर्नर्स में इंटेंस कंपटीशन थी। जी जी जी। उसमें से ऐबक जो है उसको गिना जाता है या तस्वर किया जाता है कि उसने असल बुनियाद रखी। तो सबसे तगड़ा था। सिर्फ 4 साल जो है उसने दिल्ली की सल्तनत पे अपना सिक्का जमाया, और उन 4 सालों में उसने इतने कुछ काम किए कि वो बुनियाद रख गया। वाह। और लाहौर ही में उसकी वफात हुई, चुगान खेलते हुए, जी, पोलो 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 खेलते हुए। घोड़ा उसका गिरा, खुद नहीं गिरा था, घोड़ा गिरा था, और उसको जो उसकी काठी ने क्रश किया था। लिवर हो गया और होगा। अनारकली के पास उसका मज़ार है आज भी। ऐबक रोड, हाँ जी। जो गणपत रोड का ही हिस्सा है, वहाँ मज़ार है उसका। बड़ा लोनली सा एक, लेकिन है बड़ी डिग्निफाइड सी जगह। इसमें बड़ी दर्दनाक मौत थी कबाचा कबाचा की। तो वो दरिया सिंध में डूब के मरा था। तो वो कैसे? जब उसके पीछे अल्तुतमिश की फौजें लगी हुई थी, अच्छा अच्छा। तो ही वॉज ट्राइंग टू एस्केप। लेकिन दरिया सिंध किसको छोड़ता है? ऐबक का बेटा अरहम, वो उसके बाद उसने कोशिश की, लेकिन उसको बहुत जल्दी जो है फारिग कर अल्तमश दिया ने गया। फारिग कर दिया। जी जी। और अल्तमश का जो पीरियड था वो सबसे लंबे पीरियड्स में गिना जाता है। अल्तमश 24 साल सल्तनत दिल्ली पे वो काबिज रहा। अल्तमश को बादशाह सी, तुम 36 अल्तुतमिश को नहीं जानते? मैं सिर्फ अर्तुगरुल नहीं जानना। रजिया सुल्तान का जिक्र नहीं सुना कभी? ਇਹ ਬੀਬੀ ਹੋਰੀ ਕੌਣ ਸਨ? ये उसकी बेटी थी। ਇਹ ਜਿਹਦਾ ਯਕੂਤ ਨਾ ਰੌਲਾ ਸੀ। यकूत ना, और ये याकूत कौन था? याकूत उसका स्लेव था। ये एबेसिनियन ओरिजिन का आदमी था, जो मकरान कोस्ट पे, जिसके आबाओ अजदाद सेटल्ड थे, उसका बड़ा लॉयल स्लेव था। तो बस इस पे इल्ज़ाम लगा दिया गया कि जी दे आर हैविंग एन अफेयर, क्योंकि ये तंग बहुत करती थी क्लैरिक्स को। उस दौर के जो उलमा थे वो कहते थे पर्दा नहीं करती। कहती मैं सुल्तान हूं, मैं पर्दा क्यों करूं? मैं कहा सुल्तान हो तो अलग बात है, औरत तो हो ना तुम। तो उनके पास चूंकि मौका था कि औरत हमारी हुक्मरान कैसे हो सकती है, तो वो सिलसिला फिर चल निकला आगे। फिर मलक अल्तूनिया ने उसके साथ शादी की, याकूत को कत्ल कर दिया गया। 3 साल के अरसे में ये सब कुछ हो गया। फिर
جاٹوں نے بغاوت کی, ملک التونیا بھی فارغ ہو گیا, رضیہ سلطان اس وقت اسکیپ ہو رہی تھی جنگل میں, اس کو مرڈر کر دیا گیا. اچھا اس میں یہ بھی ہے کہ 40 جو ہے نوبلز وہ اصل میں پاور بیہائنڈ دا تھرون تھے. یہ التتمش کا ایک تھا. وہ سمجھے آپ سپر بیوروکریٹس تھے نوبلز. یہ جو 40 لوگ تھے ان کو کہا جاتا تھا چہل گانی. 40 لوگ 40 سے چہل سے, جیسے چہل قدمی ہے, چہل قدمی ہے 40 قدم. اور اس میں ایک بڑی انٹرسٹنگ چیز ہے کہ ان کی ٹوٹل جو پیریڈ تھا وہ 84 سال کا تھا. اس میں صرف 10 سلطان آئے اور ان کے ہر سلطان جو ہے وہ اپنی میرٹ پہ آیا. تو 2 جو بڑے اس میں سے پیریڈ گزرے ہیں, ایک التمش کا اور ایک غیاث الدین بلبن کا. بلبن واز دا بیسٹ. 21 سال. سر بلبن کے بعد پھر مغلز آ گئے تھے. نہیں, مغلز تو بہت بعد میں, وہ تو 1526 میں آئے تھے. اس کے بعد خلجیز آئے. اچھا مغلاں نوں تسی بہت ایزی لیندے ہو. سر ویسے آپ کا مغلوں کے ساتھ کوئی معاملہ ہے؟ میں ہمیشہ ایکسپلین کرتا ہوں کہ مغلوں کے ساتھ تو میرا بڑا گہرا تعلق ہے. مطلب آج کے جو مغلز ہیں بڑے پیارے دوست ہیں میرے. پرابلم صرف یہ ہے کہ میں میرٹ پہ محسوس کرتا ہوں کہ اس خطے کی قسمت بدلنے کا موقع اللہ تعالیٰ نے سکندر کو دیا. وہ بری طرح ناکام ہوا. حالانکہ آیا تھا بڑے لاؤ لشکر کے ساتھ, اور آتے ہی بس پھر اس کو بھاگنے کی پڑ گئی. یا مغلز تھے پورے لاؤ لشکر کے ساتھ ایک طویل 700 سال حکمرانی, اور پورا ہندوستان آپ کے پرچم تلے کچھ نہیں کر سکے. پھر انگریز تھے, لیکن انگریز ہیڈ اے ڈفرنٹ ایجنڈا, اور وہ اس کے مطابق کام کرتے رہے. اور سچ پوچھیں تو اس ملک کی, اس خطے کی خدمت اگر انڈائریکٹلی ہوئی ہے تو تھرو انگریز ہوئی. یہ ان کی سٹوری ہے, میری سٹوری کچھ اور ہے. اچھا سر وہ کیا ہے؟ اگر مغلز کا آپ ان کا جو عروج تھا, اس وقت انڈیا کا جو جی ڈی پی تھا وہ پوری دنیا کے جی ڈی پی کا 22% حصہ تھا, صرف انڈیا. واو. عوام کو کیا ملا اس میں؟ یہ عوام کو کیوں نہیں ملا؟ مجھے بتائیں نا کہ عوام کیا, کتنے ہاسپٹلز آپ کو آج مغل دور کے قائم, کتنی یونیورسٹیز آپ کو شاہ جہان کی, جہانگیر کی, کون سا لٹریچر اس دور میں انہوں نے خود کریٹ کروایا, سوائے اس کے کہ 150-200 ڈشیں ایجاد کی اس نے, 500-600 راگ اس نے راگنیاں دریافت کی. ان کا آرکیٹیکچر, ان کا جو طرز حکومت, جس آرکیٹیکچر کی آپ دیکھیں, میں پھر یہ کہیں گے کہ میں آپ کے ساتھ جو ہے نا ڈفرنس آف اوپینین بہت سی چیزوں پہ رکھتا ہوں. اس پہ میں ویسے آپ سے بالکل 180 ڈگری پہ کھڑا ہوں. آپ کو پتا ہے کہ تقریباً $250 ملین خرچ کر کے ایک تاج محل بنایا تھا. بالکل وہ اس کو یونیورسٹی بناتا, بالکل وہ, اس میں کوئی شک نہیں ہے. اس عورت کی محبت میں جو اس کے 14ویں بچے کو پیدا کرتے ہوئے وفات پا گئی, انہوں نے سب گنتیاں کی ہوئی ہیں. اور ابھی گنتی آ رہی آگے. ابھی اس کی تدفین کو چند ماہ بھی نہیں ہوئے تھے, اس کی بہن سے شادی کر لی. بھائی ہوں رام جی یار کون لوگ ہو تسی, کرونا آ کے بیٹھا اپنی گلاں کر. نور جہاں دے 14 بچے سمجھی. نور جہاں کی بات نہیں ہو رہی, ممتاز محل کی بات ہے. یہی پٹھے وڈن والے لوگ آ, چپ کر کے تو سنی جا. ویئرز اب انس اسلم قادری حمدیہ کلام پیش کریں گے. جی. کرم مانگتا ہوں, عطا مانگتا ہوں, الہی میں تجھ سے دعا مانگتا ہوں, کرم مانگتا ہوں, عطا مانگتا ہوں, الہی میں تجھ سے دعا مانگتا ہوں, الہی تجھے واسطہ پنجتن کا ہو, شاداب غنچہ دلوں کے چمن کا, تو دامن ہمارے مرادوں سے بھر دے, تو دامن ہمارے مرادوں سے بھر دے, کرم ہی کرم کی دعا مانگتا ہوں.
से दुआ मांगता हूँ, जो मुफलिस हैं उनको तू दौलत अता कर, जो बीमार हैं उनको सेहत अता कर, मरीजों की खातिर शिफा मांगता हूँ, मरीजों की खातिर शिफा मांगता हूँ। इलाही मैं तुझसे दुआ मांगता हूँ, मेरे अल्लाह विगड़े सारे कम बड़ौदा अल्लाह असां माड़िया दी गल बड़ौदा अल्लाह ए बख्ता दे मारे ओ रब नू याद करो, सुते होए लेख जगांदा अल्लाह हुआ है ना मायूस तेरा सवाली, गया है न कोई तेरे दर से खाली, तू दामन हमारे मुरादों से भर दे, करम ही करम की दुआ मांगता हूँ, करम मांगता हूँ, अता मांगता हूँ। इलाही मैं तुझसे दुआ मांगता हूँ। सुभान अल्लाह, सुभान अल्लाह, सुभान अल्लाह।